ਆਧੁਨਿਕਤਾ ਦਾ ਮਤਲਬ ਹਮੇਸ਼ਾ ਤਰੱਕੀ ਹੀ ਹੁੰਦਾ ਹੈ ਜਾਂ ਫਿਰ ਕਿ ਅਸੀਂ ਨਵੇਂ ਦੇ ਚੱਕਰ ਵਿੱਚ ਆਪਣਾ ਕੁਝ ਬਹੁਤ ਹੀ ਕੀਮਤੀ ਗੁਆ ਰਹੇ ਹਾਂ? ਇਸ ਐਕਸਪਲੇਨਰ ਵਿੱਚ ਆਪਾਂ ਵਿਧਾਤਾ ਸਿੰਘ ਤੀਰ ਦੀ ਬਹੁਤ ਹੀ ਕਮਾਲ ਦੀ ਸਾਹਿਤਿਕ ਰਚਨਾ ਨਵੀਂ ਪੁਰਾਣੀ ਤਹਿਜ਼ੀਬ ਦਾ ਵਿਸ਼ਲੇਸ਼ਣ ਕਰਾਂਗੇ। ਇਹ ਰਚਨਾ ਰਿਵਾਇਤੀ ਭਾਰਤੀ ਕਦਰਾਂ-ਕੀਮਤਾਂ ਅਤੇ ਆਧੁਨਿਕ ਪੱਛਮੀ ਪ੍ਰਭਾਵਾਂ ਵਿਚਕਾਰ ਹੋਣ ਵਾਲੇ ਉਸ ਤਿੱਖੇ ਟਕਰਾਅ ਦੀ ਗੱਲ ਕਰਦੀ ਹੈ ਜੋ ਅੱਜ ਵੀ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਚੱਲ ਰਿਹਾ ਹੈ। ਤਾਂ ਚਲੋ ਬਿਨਾਂ ਦੇਰੀ ਕੀਤਿਆਂ ਸਿੱਧਾ ਇਸ ਰਚਨਾ ਦੇ ਮੂਲ ਵਿੱਚ ਚੱਲਦੇ ਹਾਂ। ਕਵੀ ਆਪਣੀ ਗੱਲ ਦੀ ਸ਼ੁਰੂਆਤ ਹੀ ਇੱਕ ਬਹੁਤ ਵੱਡੀ ਅਟਲ ਸੱਚਾਈ ਤੋਂ ਕਰਦਾ ਹੈ। ਜਿਵੇਂ ਕਹਿੰਦੇ ਨੇ ਨਾ ਕਿ ਬੀਤਿਆ ਵੇਲਾ ਕਦੇ ਹੱਥ ਨਹੀਂ ਆਉਂਦਾ। ਇਹ ਖਿਆਲ ਕਿ ਸਮੇਂ ਅਤੇ ਹੋਣੀ ਨੂੰ ਕਦੇ ਵੀ ਪਿੱਛੇ ਨਹੀਂ ਮੋੜਿਆ ਜਾ ਸਕਦਾ, ਇੱਕ ਬਹੁਤ ਹੀ ਡੂੰਘਾ ਅਤੇ ਥੋੜਾ ਉਦਾਸ ਕਰਨ ਵਾਲਾ ਮਾਹੌਲ ਸਿਰਜਦਾ ਹੈ। ਇਸ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਵੀ ਅੱਗੇ ਜਾ ਕੇ ਉਸ ਸੱਭਿਆਚਾਰਕ ਤਬਦੀਲੀ ਦੀ ਗੱਲ ਕਰਨ ਵਾਲਾ ਹੈ ਜਿਸ ਦਾ ਨੁਕਸਾਨ ਸ਼ਾਇਦ ਕਦੇ ਪੂਰਾ ਨਹੀਂ ਹੋ ਸਕਦਾ। ਹੁਣ ਇਸ ਡੂੰਘੀ ਆਲੋਚਨਾ ਨੂੰ ਸਮਝਣ ਲਈ ਸਾਨੂੰ ਥੋੜਾ ਜਿਹਾ ਲੇਖਕ ਬਾਰੇ ਵੀ ਜਾਣਨਾ ਪਵੇਗਾ। ਵਿਧਾਤਾ ਸਿੰਘ ਤੀਰ ਜੀ ਦਾ ਜਨਮ 1901 ਵਿੱਚ ਰਾਵਲਪਿੰਡੀ ਵਿਖੇ ਹੋਇਆ ਸੀ ਅਤੇ ਹੈਰਾਨੀ ਦੀ ਗੱਲ ਦੇਖੋ, ਭਾਵੇਂ ਉਨ੍ਹਾਂ ਕੋਲ ਕੋਈ ਰਸਮੀ ਜਾਂ ਸਕੂਲੀ ਸਿੱਖਿਆ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਅਕਾਲੀ ਲਹਿਰ ਦੇ ਦੌਰਾਨ ਇੰਨੀ ਕਮਾਲ ਦੀ ਧਾਰਮਿਕ ਅਤੇ ਸਟੇਜੀ ਕਵਿਤਾ ਲਿਖੀ ਜਿਸ ਨੇ ਲੋਕਾਂ ਦੇ ਮਨਾਂ ਤੇ ਬਹੁਤ ਡੂੰਘਾ ਅਸਰ ਪਾਇਆ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੀ ਲਿਖਣ ਸ਼ੈਲੀ ਬਹੁਤ ਹੀ ਸਰਲ ਪਰ ਸਿੱਧੀ ਦਿਲ ਤੇ ਵਾਰ ਕਰਨ ਵਾਲੀ ਸੀ। ਦਹਾਕਿਆਂ ਤੱਕ ਉਨ੍ਹਾਂ ਦੀ ਕਲਮ ਚਲਦੀ ਰਹੀ ਅਤੇ ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਕਈ ਮਹਾਨ ਰਚਨਾਵਾਂ ਦਿੱਤੀਆਂ। 1973 ਵਿੱਚ ਆਪਣੇ ਦੇਹਾਂਤ ਤੱਕ ਉਨ੍ਹਾਂ ਨੇ ਸਟੇਜੀ ਕਵਿਤਾ ਦੇ ਇੱਕ ਮਹਾਨਤਮ ਉਸਤਾਦ ਵਜੋਂ ਆਪਣੀ ਪਹਿਚਾਣ ਬਣਾਈ ਰੱਖੀ। ਖੈਰ, ਹੁਣ ਜੇ ਆਪਾਂ ਵਾਪਸ ਇਸ ਕਵਿਤਾ ਦੇ ਢਾਂਚੇ ਵੱਲ ਆਈਏ ਤਾਂ ਜੋ ਗੱਲ ਸਭ ਤੋਂ ਦਿਲਚਸਪ ਹੈ ਉਹ ਹੈ ਇਸ ਦਾ ਨਿਰੰਤਰ ਵਿਰੋਧ-ਪਾਸ। ਕਵੀ ਦਾ ਨਜ਼ਰੀਆ ਬਿਲਕੁਲ ਸਪਸ਼ਟ ਹੈ। ਉਨ੍ਹਾਂ ਦੀ ਦਲੀਲ ਹੈ ਕਿ ਪੱਛਮੀ ਸੱਭਿਅਤਾ ਨੂੰ ਅਪਣਾਉਣ ਦਾ ਅਸਲ ਮਤਲਬ ਇਹ ਸੀ ਕਿ ਅਸੀਂ ਆਪਣੀ ਅੰਦਰੂਨੀ ਭਾਰਤੀ ਸਮਝ ਅਤੇ ਸਿਆਣਪ ਦੀ ਬਲੀ ਦੇ ਦਿੱਤੀ ਹੈ। ਮਤਲਬ ਇਹ ਸਿਰਫ ਇੱਕ ਬਦਲਾਵ ਨਹੀਂ ਸੀ, ਸਗੋਂ ਸਾਡਾ ਆਪਣਾ ਨੁਕਸਾਨ ਸੀ। ਇਸ ਨੁਕਸਾਨ ਨੂੰ ਸਮਝਾਉਣ ਲਈ ਕਵੀ ਨੇ ਕਮਾਲ ਦੇ ਬਿੰਬ ਵਰਤੇ ਨੇ। ਜਿਵੇਂ ਉਹ ਲਿਖਦੇ ਨੇ ਕਿ ਅਸੀਂ ਕਪਿਲਾ ਗਊ ਦੇ ਕੇ ਖੋਤੀ ਵਟਾ ਲਈ ਹੈ। ਸੋਚ ਕੇ ਦੇਖੋ, ਇੱਕ ਪਾਸੇ ਪਵਿੱਤਰ ਪੋਸ਼ਣ ਦੇਣ ਵਾਲੀ ਗਾਂ ਅਤੇ ਦੂਜੇ ਪਾਸੇ ਖੋਤੀ। ਕਵੀ ਕਹਿਣਾ ਚਾਹੁੰਦਾ ਹੈ ਕਿ ਅਸੀਂ ਅੰਨ੍ਹੇਵਾਹ ਪੱਛਮ ਦੀ ਨਕਲ ਕਰਕੇ ਆਪਣੀ ਤਾਕਤਵਰ ਖੁਰਾਕ ਗਵਾ ਲਈ ਹੈ ਅਤੇ ਬਦਲੇ ਵਿੱਚ ਸਾਡੀ ਝੋਲੀ ਸਿਰਫ ਲਿੱਦ ਪਈ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਲੇਖਕ ਅੱਗੇ ਬਹੁਤ ਹੀ ਸਖਤ ਸ਼ਬਦਾਂ ਵਿੱਚ ਦਾਅਵਾ ਕਰਦਾ ਹੈ ਕਿ ਪ੍ਰਾਚੀਨ ਰਿਸ਼ੀਆਂ ਮੁਨੀਆਂ ਦੇ ਚੌਂਕੇ ਦੀ ਜੋ ਸੁਚਤਾ ਅਤੇ ਪਵਿੱਤਰਤਾ ਸੀ, ਉਸ ਵਿੱਚ ਇਸ ਵਿਦੇਸ਼ੀ ਸੱਭਿਅਤਾ ਦੀ ਝੂਠ ਰਲਾ ਦਿੱਤੀ ਗਈ ਹੈ। ਅਸਲ ਵਿੱਚ ਇਸ ਨਵੀਂ ਤਹਿਜ਼ੀਬ ਨੂੰ ਗਲ ਵਿੱਚ ਪਾਈ ਹੋਈ ਇੱਕ ਬਿਮਾਰੀ ਵਾਂਗ ਪੇਸ਼ ਕੀਤਾ ਗਿਆ ਹੈ। ਅਤੇ ਸਮਾਜਿਕ ਸਦਭਾਵਨਾ ਬਾਰੇ ਵੀ ਕਵੀ ਦਾ ਫੈਸਲਾ ਬੜਾ ਤਿੱਖਾ ਹੈ। ਪੁਰਾਣੀ ਭਾਰਤੀ ਸੱਭਿਅਤਾ ਨੂੰ ਉਹ ਬਰਕਤ ਦਾ ਦੁੱਧ ਕਹਿੰਦੇ ਨੇ ਜੋ ਠੰਡਕ ਅਤੇ ਛਾਂ ਦਿੰਦਾ ਹੈ, ਪਰ ਦੂਜੇ ਪਾਸੇ ਨਵੀਂ ਸੱਭਿਅਤਾ ਨੂੰ ਫੁੱਟ ਦਾ ਪਾਣੀ ਦੱਸਿਆ ਗਿਆ ਹੈ ਜਿਸ ਨੇ ਭਰਾਵਾਂ ਨੂੰ ਆਪਸ ਵਿੱਚ ਲੜਾਉਣਾ ਸਿਖਾ ਦਿੱਤਾ ਹੈ ਅਤੇ ਬਦਲੇ ਵਿੱਚ ਸਿਰਫ ਤਬਦੀ ਹੋਈ ਧੁੱਪ ਦਿੱਤੀ ਹੈ। ਹੁਣ ਜੇ ਆਪਾਂ ਕਵਿਤਾ ਦੇ ਦੂਜੇ ਅੱਧ ਵੱਲ ਵਧੀਏ ਤਾਂ ਇਹ ਸਿਰਫ ਸੱਭਿਆਚਾਰ ਦੀ ਗੱਲ ਨਹੀਂ ਕਰਦੀ, ਸਗੋਂ ਬਸਤੀਵਾਦੀ ਦੌਰ ਦੀ ਇੱਕ ਬਹੁਤ ਹੀ ਗੰਭੀਰ ਆਰਥਿਕ ਤਸਵੀਰ ਵੀ ਪੇਸ਼ ਕਰਦੀ ਹੈ। ਇਹ ਦੱਸਦੀ ਹੈ ਕਿ ਕਿਵੇਂ ਉਹ ਲੋਕ ਜੋ ਸਾਡੇ ਕੋਲ ਸਿਰਫ ਵਪਾਰ ਕਰਨ ਆਏ ਸਨ, ਹੌਲੀ-ਹੌਲੀ ਪੂਰੇ ਘਰ ਦੇ ਹੀ ਮਾਲਿਕ ਬਣ ਬੈਠੇ, ਜਿਸ ਨੇ ਸਾਡੇ ਮਿਹਨਤਕਸ਼ ਵਰਗ ਦੇ ਹਾਲਾਤ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੇ। ਇਸ ਆਰਥਿਕ ਵੰਡ ਨੂੰ ਕਵਿਤਾ ਵਿੱਚ ਬੜੇ ਹੀ ਸਪਸ਼ਟ ਢੰਗ ਨਾਲ ਦਰਸਾਇਆ ਗਿਆ ਹੈ। ਇੱਕ ਪਾਸੇ ਉਹ ਪੁਰਾਣਾ ਵੇਲਾ ਸੀ ਜਦੋਂ ਇੱਕ ਬੰਦਾ ਕਮਾਉਂਦਾ ਸੀ ਤੇ ਸਾਰਾ ਟੱਬਰ ਬੈਠ ਕੇ ਰੱਜ ਕੇ ਖਾਂਦਾ ਸੀ, ਲੋਕ ਖੁਸ਼ ਸਨ, ਅਤੇ ਦੂਜੇ ਪਾਸੇ ਇਹ ਨਵਾਂ ਦੌਰ ਹੈ ਜਿੱਥੇ ਕਵੀ ਦੇ ਅਨੁਸਾਰ ਲੋਕ ਜਾਨ ਮਾਰ ਕੇ ਕੰਮ ਕਰ ਰਹੇ ਨੇ ਫਿਰ ਵੀ ਭੁੱਖੇ ਮਰ ਰਹੇ ਨੇ। ਇੱਕ ਬਹੁਤ ਹੀ ਵੱਡਾ ਪਾੜਾ ਪੈ ਗਿਆ ਹੈ। ਇੱਥੇ ਪਹੁੰਚ ਕੇ ਕਵੀ ਦੇ ਬੋਲ ਹੋਰ ਵੀ ਜ਼ਿਆਦਾ ਤਿੱਖੇ ਹੋ ਜਾਂਦੇ ਹਨ। ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਨਵੀਂ ਸੱਭਿਅਤਾ ਅਸਲ ਵਿੱਚ ਅਮੀਰਾਂ ਨੂੰ ਗਰੀਬਾਂ ਦਾ ਲਹੂ ਪੀਣ ਦੀ ਖੁੱਲ੍ਹ ਦਿੰਦੀ ਹੈ, ਅਤੇ ਸਿਰਫ ਇੰਨਾ ਹੀ ਨਹੀਂ, ਗਰੀਬਾਂ ਦੀ ਖੱਲ ਲਾ ਕੇ ਅਮੀਰਾਂ ਦੇ ਫੈਸ਼ਨ ਵਾਲੇ ਸੂਟ ਸਿਵਾਏ ਜਾ ਰਹੇ ਹਨ। ਇਹ ਸ਼ੋਸ਼ਣ ਦਾ ਇੱਕ ਬਹੁਤ ਹੀ ਬੇਰਹਿਮ ਚਿਤਰਣ ਹੈ। ਅਤੇ ਇਹ ਭਿਆਨਕ ਬਿੰਬਾਵਲੀ ਇੱਥੇ ਵੀ ਨਹੀਂ ਰੁਕਦੀ। ਅੱਜ ਦੇ ਸੰਸਾਰ ਦੇ ਫੈਸ਼ਨ ਅਤੇ ਸੁੰਦਰਤਾ ਤੇ ਕਟਾਕਸ਼ ਕਰਦੇ ਹੋਏ ਕਵੀ ਲਿਖਦਾ ਹੈ ਕਿ ਇਹ ਸਾਰਾ ਮੇਕਅਪ ਅਸਲ ਵਿੱਚ ਮਜ਼ਦੂਰਾਂ ਦੀਆਂ ਹੱਡੀਆਂ ਪੀ-ਪੀ ਕੇ ਬਣਾਇਆ ਗਿਆ ਪਾਊਡਰ ਹੈ। ਕਵੀ ਦਾ ਮੰਨਣਾ ਹੈ ਕਿ ਇਸ ਵਿਖਾਵੇ ਵਾਲੇ ਆਧੁਨਿਕ ਢਾਂਚੇ ਨੇ ਸਾਡੇ ਭਾਰਤ ਦੀ ਅਸਲੀ ਸ਼ਾਨ ਨੂੰ ਪੂਰੀ ਤਰ੍ਹਾਂ ਕੁਚਲ ਕੇ ਰੱਖ ਦਿੱਤਾ ਹੈ। ਸੋ ਇਸ ਵੱਡੇ ਆਰਥਿਕ ਤਬਾਹੀ ਤੋਂ ਬਾਅਦ ਹੁਣ ਇੱਕ ਬਹੁਤ ਹੀ ਲਾਜ਼ਮੀ ਸਵਾਲ ਉੱਠਦਾ ਹੈ,
ਅਜਿਹੇ ਭਿਆਨਕ ਅਤੇ ਸ਼ੋਸ਼ਣ ਵਾਲੇ ਮਾਹੌਲ ਵਿੱਚ ਨਵੀਂ ਪੀੜ੍ਹੀ ਦਾ, ਸਾਡੇ ਨੌਜਵਾਨਾਂ ਦਾ ਕੀ ਹਾਲ ਹੋ ਰਿਹਾ ਹੈ? ਉਹਨਾਂ ਦੀ ਸਿਹਤ ਤੇ ਇਸ ਸਭ ਦਾ ਕੀ ਪ੍ਰਭਾਵ ਪੈ ਰਿਹਾ ਹੈ? ਜਵਾਬ ਵਿੱਚ ਕਵੀ ਬੜਾ ਅਫਸੋਸ ਪ੍ਰਗਟ ਕਰਦਾ ਹੈ। ਉਹ ਕਹਿੰਦਾ ਹੈ ਕਿ ਉਹ ਪੁਰਾਣੇ ਸਮੇਂ ਵਾਲੇ ਬਲਵਾਨ ਸੂਰਮੇ ਤਾਂ ਹੁਣ ਕਿਤੇ ਲੱਭਦੇ ਹੀ ਨਹੀਂ। ਅੱਜ ਦੇ ਨੌਜਵਾਨ ਸ਼ਾਰੀਰਿਕ ਤੌਰ ਤੇ ਇੰਨੇ ਕਮਜ਼ੋਰ ਹੋ ਚੁੱਕੇ ਨੇ ਕਿ ਜੇ ਉਹਨਾਂ ਨੂੰ ਸਿਰਫ ਪੈਦਲ ਤੁਰ ਕੇ ਆਪਣੇ ਖੇਤਾਂ ਤੱਕ ਜਾਣਾ ਪੈ ਜਾਵੇ ਤਾਂ ਉਹਨਾਂ ਦੇ ਦਿਲ ਘਬਰਾਉਣ ਲੱਗ ਪੈਂਦੇ ਨੇ। ਅਤੇ ਇਸ ਸਰੀਰਕ ਗਿਰਾਵਟ ਤੇ ਇੱਕ ਹਲਕਾ ਜਿਹਾ ਪਰ ਬਹੁਤ ਤਿੱਖਾ ਵਿਅੰਗ ਕਰਦੇ ਹੋਏ ਤੀਰ ਸਾਹਿਬ ਕਹਿੰਦੇ ਨੇ ਕਿ ਅੱਜ-ਕੱਲ ਦੇ ਨੌਜਵਾਨਾਂ ਦੇ ਹਜ਼ਮੇ ਇੰਨੇ ਮਾੜੇ ਹੋ ਗਏ ਨੇ ਕਿ ਉਹਨਾਂ ਤੋਂ ਸਾਦੀ ਜਿਹੀ ਮੂੰਗੀ ਦੀ ਦਾਲ ਵੀ ਹਜ਼ਮ ਨਹੀਂ ਹੁੰਦੀ। ਮਤਲਬ ਅਸੀਂ ਅੰਦਰੋਂ ਬਿਲਕੁਲ ਖੋਖਲੇ ਹੋ ਚੁੱਕੇ ਹਾਂ। ਹੁਣ ਜਦੋਂ ਅੰਦਰੋਂ ਬਦਲਾਅ ਆਇਆ ਤਾਂ ਬਾਹਰੋਂ ਵੀ ਦਿਸਣਾ ਹੀ ਸੀ। ਕਵਿਤਾ ਦੱਸਦੀ ਹੈ ਕਿ ਕਿਵੇਂ ਸਾਡਾ ਰਿਵਾਇਤੀ ਭਾਰਤੀ ਪਹਿਰਾਵਾ ਇਸ ਤਰ੍ਹਾਂ ਗਾਇਬ ਹੋ ਗਿਆ ਜਿਵੇਂ ਉਸਦੇ ਅਸਮਾਨੀ ਬਿਜਲੀ ਡਿੱਗ ਪਈ ਹੋਵੇ। ਸਾਡੀਆਂ ਆਧੁਨਿਕ ਚੋਣਾਂ, ਜਿਵੇਂ ਕਿ ਕੁੜੀਆਂ ਦਾ ਵਾਲ ਕਟਵਾਉਣਾ ਜਾਂ ਪੱਛਮੀ ਫੈਸ਼ਨ ਅਪਣਾਉਣਾ, ਕਵੀ ਅਨੁਸਾਰ ਸਾਡੀ ਅਸਲ ਪਹਿਚਾਣ ਗੁਆਉਣ ਦਾ ਪ੍ਰਤੀਕ ਹੈ। ਸੋ ਜੇ ਆਪਾਂ ਕਵੀ ਦੀ ਨਜ਼ਰ ਤੋਂ ਦੇਖੀਏ ਤਾਂ ਇਹ ਸਾਰੇ ਸਮਾਜਿਕ ਬਦਲਾਵ ਕਿਸੇ ਵੀ ਤਰ੍ਹਾਂ ਦਾ ਆਧੁਨਿਕੀਕਰਨ ਜਾਂ ਕੋਈ ਤਰੱਕੀ ਨਹੀਂ ਹਨ, ਬਿਲਕੁਲ ਵੀ ਨਹੀਂ। ਸਗੋਂ ਉਹ ਇਹਨਾਂ ਸਾਰੀਆਂ ਤਬਦੀਲੀਆਂ ਨੂੰ ਸਾਡੇ ਸਮਾਜ ਦੇ ਮੱਥੇ ਤੇ ਲੱਗੇ ਹੋਏ ਇੱਕ ਬਦਨਾਮੀ ਦੇ ਟਿੱਕੇ ਵਜੋਂ ਦੇਖਦੇ ਹਨ, ਇੱਕ ਐਸਾ ਦਾਗ ਜਿਸ ਨੂੰ ਮਿਟਾਉਣਾ ਸੌਖਾ ਨਹੀਂ। ਅਤੇ ਇਸੇ ਲਈ ਇਹ ਪੂਰੀ ਰਚਨਾ ਇੱਕ ਬਹੁਤ ਹੀ ਸਖਤ ਅਤੇ ਕੌੜੇ ਫੈਸਲੇ ਨਾਲ ਸਮਾਪਤ ਹੁੰਦੀ ਹੈ। ਕਵੀ ਦਾ ਮੰਨਣਾ ਹੈ ਕਿ ਇਹ ਜਿਹੜੀ ਸੱਭਿਆਚਾਰਕ ਰਲਾਵਟ ਹੈ, ਇਹ ਸਾਡੀ ਆਜ਼ਾਦੀ ਨਹੀਂ ਹੈ। ਅਸਲ ਵਿੱਚ ਇਹ ਇੱਕ ਗੁਲਾਮੀ ਦਾ ਪੱਟਾ ਹੈ ਜੋ ਅਜੇ ਵੀ ਭਾਰਤ ਦੇ ਗੜ੍ਹ ਵਿੱਚ ਬਹੁਤ ਬੁਰੀ ਤਰ੍ਹਾਂ ਕੱਸਿਆ ਹੋਇਆ ਲਟਕ ਰਿਹਾ ਹੈ। ਇਸ ਡੂੰਘੀ ਅਤੇ ਤਿੱਖੀ ਬਸਤੀਵਾਦੀ ਆਲੋਚਨਾ ਨੂੰ ਸਮਝਣ ਤੋਂ ਬਾਅਦ ਇਹ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਆਪਾਂ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਕੀ ਨਵੇਂ ਤਰੀਕੇ ਅਪਣਾਉਣ ਦਾ ਮਤਲਬ ਹਮੇਸ਼ਾ ਆਪਣੀ ਸੰਸਕ੍ਰਿਤੀ ਦੀ ਬਲੀ ਦੇਣਾ ਹੀ ਹੈ? ਕੀ ਅਸੀਂ ਤਰੱਕੀ ਦੀ ਇਸ ਦੌੜ ਵਿੱਚ ਸ਼ਾਮਿਲ ਹੁੰਦਿਆਂ ਹੋਇਆਂ ਆਪਣੀ ਵਿਰਾਸਤ ਨੂੰ ਨਾਲ ਨਹੀਂ ਰੱਖ ਸਕਦੇ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਆਪਣੀ ਅਸਲੀ ਪਛਾਣ ਬਾਰੇ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰਦਾ ਹੈ।